ਤਿੰਨੋਂ ਖੇਤੀ ਕਾਨੂੰਨ ਨੇ ਜਿਹੜੇ ਉਹ ਰੱਦ ਹੋ ਚੁੱਕੇ ਨੇ। ਲਗਾਤਾਰ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਜਿਹੜਾ ਦਿੱਲੀ ਦੇ ਬਾਰਡਰਾਂ ਦੇ ਉੱਪਰ ਕਿਸਾਨ ਸੰਘਰਸ਼ ਕਰ ਰਹੇ ਸੀ। ਤਾਂ ਹੁਣ ਕਿਸਾਨ ਜਿਹੜੇ ਪਰੇਸ਼ਾਨ ਨੇ, ਕੁਝ ਕਿਸਾਨ ਜਿਹੜੇ ਘਰਾਂ ਨੂੰ ਪਰਤਣਾ ਚਾਹੁੰਦੇ ਨੇ, ਪਰ ਉਹਨਾਂ ਤੱਕ ਜਾਣਕਾਰੀ ਪੂਰੀ ਤਰੀਕੇ ਦੇ ਨਾਲ ਨਹੀਂ ਪਹੁੰਚ ਰਹੀ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਨੂਪਲੇਟ ਚੀਜ਼ਾਂ ਨੂੰ ਜਿਹੜਾ ਕੀਤਾ ਜਾ ਰਿਹਾ ਕਿ ਹੁਣ ਤੱਕ ਕਿਸਾਨਾਂ ਦੀ ਜਿੱਤ ਹੋਈ ਹੈ, ਹੁਣ ਕਿਸਾਨ ਵਾਪਸ ਕਿਉਂ ਨਹੀਂ ਜਾ ਰਹੇ। ਨੈਸ਼ਨਲ ਮੀਡੀਆ ਵੀ ਲਗਾਤਾਰ ਇਹ ਸਵਾਲ ਚੁੱਕ ਰਿਹਾ। ਪਰ ਕੀ 3 ਖੇਤੀ ਕਾਨੂੰਨ ਰੱਦ ਕਰਾਉਣੇ ਕਿਸਾਨਾਂ ਦੀ ਜਿੱਤ ਹੈ, ਜਾਂ ਜਿਸ ਤਰ੍ਹਾਂ ਪਹਿਲੇ ਦਿਨ ਤੋਂ MSP ਦੀ ਮੰਗ ਵੀ ਵਿੱਚ ਸ਼ਾਮਲ ਸੀ, MSP ਤੇ ਕੀ ਹੋਏਗਾ, ਜਾਂ ਅੰਦੋਲਨ ਦੇ ਦੌਰਾਨ ਜਿਹੜੇ ਕੇਸ ਦਰਜ ਹੋਏ ਨੇ, ਜਿਹੜੇ ਪਰਚੇ ਦਰਜ ਹੋਏ ਨੇ ਕਿਸਾਨਾਂ ਦੇ ਉੱਪਰ, ਉਹਨਾਂ ਦਾ ਕੀ ਹੋਏਗਾ, ਅਗਲੀ ਕੀ ਸਥਿਤੀ ਰਹੇਗੀ, ਕੀ ਕਿਸਾਨ ਇਸ ਨੂੰ ਆਪਣੀ ਪੂਰੀ ਜਿੱਤ ਮੰਨਣ ਜਾਂ ਹਜੇ ਇਸ ਨੂੰ ਅਧੂਰੀ ਜਿੱਤ ਸਮਝਣ। ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ। ਮੇਰੇ ਨਾਲ ਕਿਸਾਨ ਆਗੂ ਸਰਜੀਤ ਸਿੰਘ ਫੂਲ ਜੀ ਨੇ। ਤਾਂ ਫੂਲ ਸਾਹਿਬ, ਜਿਹੜਾ ਬੜਾ ਭੰਬਲ ਭੂਸੇ ਦੇ ਵਿੱਚ ਨੇ ਲੋਕ, ਨੈਸ਼ਨਲ ਮੀਡੀਆ ਵੀ ਇਹ ਕਹਿ ਰਿਹਾ ਕਿ ਹੁਣ ਕਿਸਾਨ ਘਰਾਂ ਨੂੰ ਕਿਉਂ ਨਹੀਂ ਜਾ ਰਹੇ, 3 ਜਿਹੜੇ ਖੇਤੀ ਕਾਨੂੰਨ ਨੇ ਉਹ ਤਾਂ ਵਾਪਸ ਹੋ ਚੁੱਕੇ ਨੇ। ਦੇਖੋ, ਇਹ ਠੀਕ ਹੈ ਵੀ ਜਿਹੜੇ 3 ਖੇਤੀ ਕਾਨੂੰਨ ਆ ਜਿਨ੍ਹਾਂ ਨੂੰ ਅਸੀਂ ਕਾਲੇ ਕਾਨੂੰਨ ਕਹਿੰਦੇ ਰਹੇ ਹਾਂ ਹੁਣ ਤੱਕ, 40,000 ਇਕੱਲੇ ਹਰਿਆਣੇ ਦੇ ਕਿਸਾਨਾਂ 'ਤੇ ਆ, ਬਾਕੀ ਦੂਜੇ ਸੂਬਿਆਂ ਦੇ ਕਿਸਾਨਾਂ 'ਤੇ ਆ। ਉਹ ਮੰਗ ਹੈ ਹਜੇ ਉਹਨਾਂ ਨੂੰ ਕੇਸ ਖਾਰਜ ਕਰਨ ਵਾਲੀ ਮੰਗ, ਇਹ ਹਜੇ ਪੈਂਡਿੰਗ ਹੈ। ਨਾ ਹੀ ਅਸੀਂ ਉਹਨਾਂ ਨੂੰ ਕਿਸਾਨਾਂ ਨੂੰ ਕਚਹਿਰੀਆਂ 'ਚ ਰੁਲਦੇ ਛੱਡ ਕੇ ਜਾ ਸਕਦੇ ਹਾਂ। ਅਤੇ ਇਸ ਤੋਂ ਬਿਨਾਂ ਜਿਹੜਾ ਕੰਪਨਸੇਸ਼ਨ ਦੀ ਮੰਗ ਹੈ ਵੀ 700 ਦੇ ਲਗਭਗ ਕਿਸਾਨਾਂ ਦੀ ਇਹਦੇ ਵਿੱਚ ਜਾਨ ਜਾ ਚੁੱਕੀ ਹੈ, ਵੱਧ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਕਿਸਾਨ ਹੈ। ਸੋ ਉਹਨਾਂ ਦਾ ਜਿਨ੍ਹਾਂ ਦੇ ਕਮਾਉਣ ਵਾਲੇ ਇਸ ਅੰਦੋਲਨ 'ਚ ਜਿਨ੍ਹਾਂ ਦੀਆਂ ਸ਼ਹੀਦ ਹੋ ਗਏ ਜਾਂ ਜਾਨਾਂ ਚਲੀਆਂ ਗਈਆਂ, ਉਹਨਾਂ ਦੇ ਪਰਿਵਾਰਾਂ ਦਾ ਮੁੜ ਵਸੇਬੇ ਲਈ ਜਾਂ ਉਹਨਾਂ ਨੂੰ ਰਾਹਤ ਕੰਪਨਸੇਸ਼ਨ ਦੇਣ ਲਈ ਵੀ ਵਾਲੇ ਜਿਹੜੇ ਮੰਗ ਹੈ ਉਹ ਵੀ ਵਿੱਚੇ ਖੜੀ ਹੈ ਜੀ। ਇਸ ਤੋਂ ਬਿਨਾਂ ਜਿਹੜਾ ਪਰਾਲੀ ਵਾਲਾ ਕਾਨੂੰਨ ਸੀਗਾ, ਜਿਹਨੂੰ ਪ੍ਰਦੂਸ਼ਣ ਵਾਲਾ ਕਾਨੂੰਨ ਕਹਿ ਦਿੰਦੇ ਆ, ਜਿਹਦੇ 'ਚ ਕਿਸਾਨਾਂ ਨੂੰ ਪਰਾਲੀ ਸਾੜਨ 'ਤੇ ਸਜ਼ਾ ਅਤੇ ਜੁਰਮਾਨੇ ਦੀ ਪ੍ਰਾਵਧਾਨ ਸੀਗਾ ਜਿਹੜੇ ਕਾਨੂੰਨ 'ਚ, ਉਹਦੀ ਜਿਹੜੀ ਧਾਰਾ 15 ਹੈਗੀ ਆ ਉਸ ਕਾਨੂੰਨ ਦੀ, ਉਹ ਖਤਮ ਕਰਾਉਣ ਵਾਲੀ ਅਜੇ ਮੰਗ ਵਿੱਚ ਪਈ ਹੈ। ਬਿਜਲੀ ਬਿੱਲ 2000 ਆ ਜਿਹੜਾ ਹੈਗਾ, ਜਿਹਦੇ ਤਹਿਤ ਸਾਰੀਆਂ ਬਿਜਲੀ ਦਾ ਪੈਦਾਵਾਰ ਵੰਡ ਵੰਡਾਈ ਕੰਪਨੀਆਂ ਦੇ ਹੱਥ 'ਚ ਚਲੀ ਜਾਣੀ ਹੈ, ਉਹ ਹਜੇ ਬਿੱਲ ਪੇਸ਼ ਨਾ ਕਰਨ। ਇਹ ਅਜੇ ਤੱਕ ਉਹਨਾਂ ਨੇ, ਠੀਕ ਹੈ, ਹੁਣ ਪਿਛਲੇ ਦਿਨੀ ਮੰਤਰੀ ਨੇ ਬਿਆਨ ਦਿੱਤਾ, ਖੇਤੀਬਾੜੀ ਮੰਤਰੀ ਨੇ, ਵੀ ਅਸੀਂ ਉਹ ਬਿੱਲ ਨਹੀਂ ਪੇਸ਼ ਕਰਾਂਗੇ, ਉਹਨੂੰ ਵਾਪਸ ਲੈ ਲਾਂਗੇ। ਇਸ ਕਰਕੇ ਜਦੋਂ ਬਿੱਲ ਨਾ ਪੇਸ਼ ਕੀਤਾ ਤਾਂ ਉਹ ਸਮਝ ਲਓ ਕਾਨੂੰਨ ਨਹੀਂ ਬਣੂਗਾ। ਸੋ ਇਹ ਹੈ, ਇਵੇਂ ਲਖੀਮਪੁਰ ਵਾਲੇ ਕਾਂਡ ਦੇ ਵਿੱਚ ਜਿਹੜਾ 4 ਕਿਸਾਨਾਂ ਨੂੰ, 5 ਨੂੰ, ਇੱਕ ਪੱਤਰਕਾਰ ਨੂੰ ਗੱਡੀ ਥੱਲੇ ਦਰੜ ਕੇ ਮਾਰਿਆ, ਉਹਦੇ ਜਿਹੜੇ ਦੋਸ਼ੀ ਆ ਜਿਨ੍ਹਾਂ 'ਤੇ FIR ਹੈਗੀਆਂ ਨੇ, 120 ਸਾਜ਼ਿਸ਼ ਦੀ ਧਾਰਾ ਤਹਿਤ ਜਿਹੜਾ ਕੇਂਦਰੀ ਰਾਜ ਗ੍ਰਹਿ ਮੰਤਰੀ ਹੈ ਅਜੇ ਮਿਸ਼ਰਾ, ਉਹਦੇ 'ਤੇ ਕੋਈ ਉਹਦੀ ਗ੍ਰਿਫਤਾਰੀ ਨਹੀਂ ਹੋਈ, ਕੋਈ ਉਹਨੂੰ ਅਜੇ ਮੰਤਰੀ ਮੰਡਲ 'ਚੋਂ ਬਾਹਰ ਨਹੀਂ ਕੀਤਾ। ਉਹ ਜਿਹੜੇ ਪੀੜਤ ਪਰਿਵਾਰ ਹੈ ਉਹਨਾਂ ਨੂੰ ਨਿਆਂ ਦਿਵਾਉਣ ਵਾਲੀ, ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਲੀ, ਇਹ ਮੰਗਾਂ ਹਜੇ ਬਾਕੀ ਆ, ਪੈਂਡਿੰਗ ਹੈ। ਇਹਨਾਂ ਮੰਗਾਂ ਦੀ ਖਾਤਰ ਅਸੀਂ 21 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਖੁੱਲ੍ਹਾ ਖੱਤ ਪ੍ਰਧਾਨ ਮੰਤਰੀ ਦੇ ਨਾਲ ਲਿਖਿਆ, ਭਾਵ ਪ੍ਰੈਸ ਨੂੰ ਵੀ ਜਾਰੀ ਕੀਤਾ ਅਤੇ ਪ੍ਰਧਾਨ ਮੰਤਰੀ ਨੂੰ ਵੀ, ਅਤੇ ਉਹਨਾਂ ਤੋਂ ਮੰਗ ਕੀਤੀ ਆ ਵੀ ਉਹ ਆਪਣਾ ਪੱਤਰ ਰਾਹੀਂ ਉਹਨਾਂ ਦਾ ਜਵਾਬ ਦੇਣ। ਕੋਈ ਸਾਨੂੰ ਮੀਟਿੰਗਾਂ ਦਾ ਲਾਲਚ ਨਹੀਂ ਵੀ ਸਾਡੇ ਨਾਲ ਮੀਟਿੰਗ ਕਰਨ ਜਾਂ ਟੇਬਲ 'ਤੇ ਬਹਿਣ ਜਾਂ ਇਕੱਠੀਆਂ ਫੋਟੋਆਂ ਖਿਚਾਉਣ, ਵੀ ਅਸੀਂ ਪੱਤਰ ਦੇਤਾ, ਪੱਤਰ ਰਾਹੀਂ ਜਿਹੜਾ ਪ੍ਰਧਾਨ ਮੰਤਰੀ ਆ ਜਾਂ ਜਿਹੜੀ ਸੈਂਟਰ ਸਰਕਾਰ ਆ ਉਹਦਾ ਜਵਾਬ ਦੇਵੇ। ਖਾਸ ਤੌਰ 'ਤੇ ਅਗਰ ਗੱਲ ਕਰੀਏ MSP ਦੀ, ਜਾਂ ਫਿਰ ਜਿਹੜੇ ਕੇਸ ਦਰਜ ਹੋਏ ਨੇ, ਔਰ ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਤੁਹਾਡੇ ਤੱਕ ਕੋਈ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਹੈ, ਔਰ ਗ੍ਰਹਿ ਮੰਤਰਾਲਾ ਵੀ ਇਹ ਬਿਆਨ ਦੇ ਰਿਹਾ ਕਿ ਅਸੀਂ ਕੇਂਦਰ ਦੀਆਂ ਸਰਕਾਰਾਂ ਨੂੰ ਆਦੇਸ਼ ਜਾਰੀ ਕਰਦੇ ਹਾਂ ਔਰ ਇਹ ਜਿਹੜੇ ਕਾਨੂੰਨ ਆ ਵਾਪਸ ਹੋਣਗੇ, ਤਾਂ ਜਿਹੜੇ ਪਰਚੇ ਆ ਉਹ ਰੱਦ ਕੀਤੇ ਜਾਣਗੇ। ਔਰ ਉੱਥੇ ਉਹਨਾਂ ਨੇ ਕਿਹਾ ਕਿ ਜਿਹੜੀ MSP 'ਤੇ ਵੀ ਅਸੀਂ ਗੱਲ ਕਰਨ ਨੂੰ ਤਿਆਰ ਹਾਂ, ਔਰ ਜਿਹੜੇ 700 ਕਿਸਾਨ ਸ਼ਹੀਦ ਹੋਏ ਨੇ, ਉਹ ਕਹਿੰਦੇ ਉਹਦਾ ਸਾਡੇ ਕੋਲ ਡਾਟਾ ਨਹੀਂ, ਇਸ ਕਰਕੇ ਅਸੀਂ ਮੁਆਵਜ਼ੇ ਦੀ ਕੋਈ ਗੱਲ ਨਹੀਂ ਕਰ ਸਕਦੇ। ਤਾਂ ਜਿਹੜੇ ਹਰਿਆਣੇ ਵਾਲੇ ਖਾਸ ਤੌਰ 'ਤੇ ਜਿਹੜਾ ਇਸ਼ੂ ਹੈ ਹਰਿਆਣੇ ਦੇ ਮੁੱਖ ਮੰਤਰੀ ਨਾਲ ਕੋਈ ਗੱਲਬਾਤ ਕਿੱਥੋਂ ਤੱਕ ਪਹੁੰਚੀ ਹੈ ਜੀ? ਦੇਖੋ ਜੀ, ਹਰਿਆਣੇ ਵਾਲੇ ਮੰਤਰੀ ਨੇ, ਮੁੱਖ ਮੰਤਰੀ ਨੇ ਜਿਹੜਾ ਕਿਹਾ ਵੀ ਕਿਸਾਨ ਆਗੂ ਹਰਿਆਣੇ ਦੇ ਸਾਡੇ ਕੋਲ ਆਉਣ, ਸਾਨੂੰ ਉਹ ਕੇਸਾਂ ਦੀ ਲਿਸਟ ਦੇਣ, ਅਤੇ ਅਸੀਂ ਉਹਨਾਂ ਦਾ ਕੇਸਾਂ ਦੀ ਕਹਿ ਲਓ ਵੀ ਖਾਰਜ ਕਰਨ ਲਈ ਵੀ ਅਸੀਂ ਤਿਆਰ ਹਾਂ, ਬਹਿ ਕੇ ਸਾਡੇ ਨਾਲ ਗੱਲਬਾਤ ਕਰਨ। ਪਰ ਉਹ ਜਿਹੜਾ ਸੁਨੇਹਾ ਆਇਆ ਉਹ ਕੋਈ ਪ੍ਰੋਪਰ ਵਿਧੀ ਰਾਹੀਂ ਸੁਨੇਹਾ ਨਹੀਂ ਆਇਆ, ਉਹ ਸਿਰਫ ਪ੍ਰੈਸ ਦੇ ਵਿੱਚ ਬਿਆਨ ਆਇਆ। ਸੋ ਇਸ ਕਰਕੇ ਇਹਨਾਂ ਦਾ ਇਹ ਹੈਗਾ ਵੀ ਸਾਨੂੰ ਉਹਦਾ ਪ੍ਰੋਪਰ ਜਿਹੜਾ ਲਿਖਤੀ ਹੈ, ਜਿਹੜਾ ਜਿਵੇਂ ਵੀ ਕੋਈ ਸਰਕਾਰ ਕਿਸੇ ਯੂਨੀਅਨ ਨਾਲ ਮੀਟਿੰਗ ਕਰਦੀ ਹੈ, ਆਪਣੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨਾਲ ਪਿਛਲੇ 17 ਨਵੰਬਰ ਨੂੰ ਮੀਟਿੰਗ ਹੋਈ ਹੈ, ਤਾਂ ਉਹਦੀ ਚਿੱਠੀ ਆਈ ਆ, ਸਾਰਿਆਂ ਨੂੰ ਮੈਸੇਜ ਆਇਆ ਵੀ ਭਾਈ ਫਲਾਨੀ ਤਰੀਕ ਨੂੰ ਫਲਾਨੇ ਸਮੇਂ ਆਹ ਵਿਸ਼ਾ ਉਹਦਾ ਆਹ ਏਜੰਡਾ, ਉਹਦੇ 'ਤੇ ਮੀਟਿੰਗ ਹੈ ਵੀ ਤੁਸੀਂ ਪਹੁੰਚੋ। ਇਸ ਕਰਕੇ ਇਹ ਜਾਂ ਉਹਨਾਂ ਨੂੰ ਕੋਈ ਸੁਨੇਹਾ ਨਹੀਂ ਆਇਆ ਰਿਟਨ ਜਾਂ ਕੋਈ ਜਿਹੜਾ ਪ੍ਰੋਪਰ ਢੰਗ ਰਾਹੀਂ ਜਿਹੜਾ ਸੁਨੇਹਾ ਆਉਂਦਾ ਹੁੰਦਾ। ਸੋ ਇਸ ਕਰਕੇ ਉਹ ਵੀ ਹਰਿਆਣੇ ਵਾਲੀ ਮੀਟਿੰਗ ਵੀ ਨਹੀਂ ਹੋ ਰਹੀ। ਔਰ MSP
ਹਾਂ ਐਮਐਸਪੀ ਤੇ ਜਿਹੜਾ ਵੀ ਉਹਨਾਂ ਨੇ ਉਹ ਵੀ ਸਿਰਫ ਜਿਹਨੂੰ ਅਸੀਂ ਪੰਜਾਬੀ 'ਚ ਕਹਿਣਾ ਹੋਵੇ ਕਾਮਾ ਹੱਥ ਸੁਨੇਹਾ ਭੇਜਿਆ ਵੀ ਮੀਡੀਆ ਰਾਹੀਂ ਕਹਿਤਾ ਵੀ ਕਿਸਾਨ 5 ਜਿਹੜੇ ਕਮੇਟੀ ਦੇ ਵਿੱਚ ਸ਼ਾਮਲ ਕਰਨ ਲਈ ਐਮਐਸਪੀ ਵਾਲੀ ਜਿਹੜੀ ਕਮੇਟੀ ਹੈ ਵੀ 5 ਕਿਸਾਨ ਆਗੂ ਸੰਯੁਕਤ ਮੋਰਚੇ ਦੇ ਆਪਣੀ ਲਿਸਟ ਭੇਜਣ। ਸੰਯੁਕਤ ਮੋਰਚਾ 5 ਕਿਸਾਨ ਆਗੂਆਂ ਦੀ ਲਿਸਟ ਭੇਜੇ ਜਿਨ੍ਹਾਂ ਨੇ ਉਹ ਕਮੇਟੀ ਦਾ ਜਾਂ ਮੈਂਬਰ ਬਣਨਾ ਜਾਂ ਮੈਂਬਰ ਦੇ ਤੌਰ ਤੇ ਸ਼ਾਮਲ ਕਰਨਾ। ਉਹ ਵੀ ਗੋਲਮੋਲ ਹੈਗਾ, ਉਹਦੇ ਵਿੱਚ ਵੀ ਕੋਈ ਰਿਟਰਨ ਨਹੀਂ, ਕਿਉਂਕਿ ਉਹਦੇ ਵਿੱਚ ਕਮੇਟੀ ਦੀ ਖਾਤਰ ਉਹਦਾ ਜਿਹੜਾ ਸਾਰਾ ਉਹਦੀਆਂ ਸ਼ਰਤਾਂ ਕੀ ਹੈ, ਉਹਦਾ ਘੇਰਾ ਕੀ ਹੈ, ਉਹਦੀਆਂ ਟਰਮ 'ਚ ਕਹਿ ਦਿੰਦੇ ਆ ਉਹਦਾ ਵਿਸ਼ਾ ਕੀ ਹੈ, ਵੀ ਕੀ ਉਹ ਕਾਹਦੀ ਖਾਤਰ ਕਮੇਟੀ ਬਣਾਈ ਜਾਊਗੀ, ਕਮੇਟੀ ਦਾ ਕਾਰਜ ਕੀ ਹੋਊਗਾ, ਉਹਦਾ ਵਿਸ਼ਾ ਕੀ ਹੋਊਗਾ, ਕੀ ਉਹਦਾ ਕਾਰਜ ਇਹ ਹੈ ਕਮੇਟੀ ਦਾ ਵੀ ਉਹਨੇ ਗਰੰਟੀ ਕਾਨੂੰਨ ਵਾਲਾ ਡਰਾਫਟ ਤਿਆਰ ਕਰਨਾ, ਕੀ ਉਹ ਡਰਾਫਟ ਕਮੇਟੀ ਹੋਊਗੀ ਜਾਂ ਉਹ ਕਮੇਟੀ ਇਹ ਨਿਰਣਾ ਕਰਨ ਦੀ ਖਾਤਰ ਬਣਾਈ ਜਾਊਗੀ ਵੀ ਐਮਐਸਪੀ ਦੀ ਗਰੰਟੀ ਦੀ ਲੋੜ ਹੈ ਜਾਂ ਨਾ ਲੋੜ ਹੈ। ਸੋ ਇਸ ਕਰਕੇ ਉਹਦੇ ਵਿੱਚ ਉਹਨਾਂ ਨੇ ਜਾਂ ਕਿੰਨੇ ਮੈਂਬਰ ਹੋਣਗੇ, ਜੇ ਕਿਸਾਨਾਂ ਦੇ 5 ਹੈ ਤਾਂ ਸਰਕਾਰ ਦੇ ਕਿੰਨੇ ਹੋਣਗੇ, ਸੂਬਿਆਂ ਦੇ ਕਿੰਨੇ ਹੋਣਗੇ, ਟੋਟਲ ਕਿੰਨੇ ਮੈਂਬਰਾਂ ਦੀ ਉਹ ਕਮੇਟੀ ਹੋਊਗੀ, ਇਹ ਜਾਂ ਬਿਲਕੁਲ ਕੁਛ ਨਹੀਂ ਕਲੀਅਰ ਕੀਤਾ। ਸੋ ਇਸ ਕਰਕੇ ਅਸੀਂ ਉਹਦੇ 'ਚ ਵੀ ਕੋਈ ਭੇਜਣ ਭੂਜਣ ਦਾ ਨਹੀਂ ਕੀਤਾ ਅਜੇ, ਵੀ ਸਰਕਾਰ ਪਹਿਲਾਂ ਲਿਖਤੀ ਉਹ ਐਮਐਸਪੀ ਤੇ ਦੱਸ ਕੇ ਉਹਦੀਆਂ ਜਿਹੜੀਆਂ ਸਾਰੀਆਂ ਸ਼ਰਤਾਂ ਹੈ, ਉਹਦੀਆਂ ਟਰਮਾਂ ਹੈ ਰੈਫਰੈਂਸ ਵਾਲੀਆਂ, ਉਹ ਸਾਰੀਆਂ ਪਹਿਲਾਂ ਲਿਖਤੀ ਭੇਜੇ, ਉਹਦੇ ਹਿਸਾਬ ਨਾਲ ਹੀ ਕੀਤਾ। ਜਿਸ ਕਰਕੇ ਉਹ ਐਮਐਸਪੀ ਤੇ ਕਮੇਟੀ ਬਣਾਉਣ ਵਾਲੀ ਮੰਗ ਵੀ ਅਜੇ ਉਹ ਵੀ ਪੈਂਡਿੰਗ ਹੈ ਅਜੇ, ਜਾਂ ਕਹਿਣ ਦਾ ਭਾਵ ਅਧੂਰੀ ਹੈ ਜੀ। ਔਰ ਤੁਹਾਡਾ ਸਟੈਂਡ ਕਿੱਥੇ ਗਾ, ਕਿਉਂਕਿ ਹਰਿਆਣੇ ਦੇ ਕਿਸਾਨ ਬੜੀਆਂ ਉਮੀਦਾਂ ਨੇ ਕਿ ਪੰਜਾਬ ਤੇ ਹਰਿਆਣੇ ਨੇ ਸਾਂਝੇ ਤੌਰ ਤੇ ਅੰਦੋਲਨ ਲੜਿਆ, ਪਰ ਹੁਣ ਜਦੋਂ ਕੁਛ ਟਰਾਲੀਆਂ ਵਾਪਸ ਜਾ ਰਹੀਆਂ ਨੇ ਔਰ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਇੱਕ ਕੁਐਸਚਨ ਮਾਰਕ ਹੈ, ਇੱਕ ਉਹਨਾਂ ਦੇ ਮਨ ਦੇ ਵਿੱਚ ਸਵਾਲ ਹੈ ਕਿ ਕਿਤੇ ਪੰਜਾਬ ਵਾਲੇ ਜਾ ਤਾਂ ਨਹੀਂ ਰਹੀ, ਹਾਲਾਂਕਿ ਬਹੁਤ ਸਾਰੇ ਬੈਠੇ ਨੇ, 100 ਚੋਂ ਇੱਕ ਟਰਾਲੀ ਵਾਪਸ ਜਾ ਰਹੀ ਆ, ਤਾਂ ਉਹਨਾਂ ਨੂੰ ਬਹੁਤ ਉਹ ਹੈ ਕਿ ਜਿਹੜੇ ਸਾਡੇ ਕੇਸ ਰੱਦ ਹੋਣਗੇ, ਖਾਸ ਤੌਰ ਤੇ ਹਰਿਆਣੇ ਦੇ ਜ਼ਿਆਦੇ ਨੇ, ਹਰਿਆਣੇ ਦੇ ਜਿਹੜੀਆਂ FIRs ਜ਼ਿਆਦੇ ਹੋਈਆਂ ਨੇ, ਤਾਂ ਉਹਨੂੰ ਲੈ ਕੇ ਕੀ ਸੋਚ ਰਹੇ ਹੋ ਤੁਸੀਂ? ਵੇਖੋ ਜੀ, ਕੱਲ ਸਾਡੇ ਪੰਜਾਬ ਵਾਲੀਆਂ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਬੱਤੀਆਂ ਦੀ, ਉਹਦੇ ਵਿੱਚ ਵੀ ਇਹ ਗੱਲ ਆਈ ਹੈ ਵੀ ਆਪਣਾ ਪੰਜਾਬ ਵਾਲਿਆਂ ਤੇ ਨੂੰ ਲਾਂਭਾ ਮਿਲ ਰਿਹਾ, ਖਾਸ ਕਰਕੇ ਹਰਿਆਣੇ ਵਾਲੇ ਦੇ ਰਹੇ ਆ ਵੀ ਯਾਰ ਤੁਸੀਂ ਤੁਹਾਨੂੰ ਚੋਣਾਂ ਦੀ ਲੱਗੀ ਹੋਈ ਹੈ ਵੀ ਪੰਜਾਬ ਦੇ ਵਿੱਚ ਚੋਣਾਂ ਛੇਤੀ ਜਾ ਕੇ ਇਹਦਾ ਆਪਾਂ ਕਿਸੇ ਪਾਰਟੀ ਨਾਲ ਸੈਟਿੰਗ ਕਰਕੇ ਜਿਵੇਂ ਆਪਦੀਆਂ ਤੁਹਾਨੂੰ MLAਆਂ ਦੀ ਦਾ ਜਾਂ ਮੰਤਰੀ ਬਣਨ ਦੀ ਤੁਹਾਨੂੰ ਕਾਹਲ ਲੱਗੀ ਹੋਈ ਹੈ, ਸਾਡੇ ਕੇਸ ਵਿੱਚ ਪਏ ਨੇ, ਕਿਉਂਕਿ ਵੱਧ ਕੇਸ ਜਿਵੇਂ ਪਹਿਲਾਂ ਵੀ ਦੱਸਿਆ ਹੁਣ ਤਾਂ ਪੰਜਾਬ ਵਾਲਿਆਂ ਦੇ ਵੀ ਹੈਗੇ, ਪੰਜਾਬ ਤੇ ਇੱਕਾ ਦੁੱਕਾ ਕੇਸ ਹੈ। ਜਿਵੇਂ ਹੁਣ ਮੇਰੇ ਤੇ ਹੈ, ਮੇਰੇ ਤੇ ਇਕੱਲਾ 26 ਜਨਵਰੀ ਵਾਲਾ ਜਿਹੜੀਆਂ ਜਿੱਤੇ ਆਪਾਂ ਪਰੇਡ ਗਰਾਊਂਡ ਤੇ ਰਿੰਗ ਰੋਡ ਤੇ ਪਰੇਡ ਗਰਾਊਂਡ ਕੀਤੀ ਆ ਜਾਂ ਆਪਣੀ ਮਾਰਚ ਕੀਤਾ ਟਰੈਕਟਰ ਮਾਰਚ, ਉਸ ਦਿਨ ਦੀ ਇੱਕ 307 ਵਾਲਾ ਕੇਸ ਹੈ ਮੇਰੇ ਤੇ, ਹੋਰ ਕੋਈ ਨਹੀਂ ਉਹ। ਤੇ ਇਸ ਕਰਕੇ ਉਹ ਠੀਕ ਹੈ ਗੱਲ ਉਹ ਕਹਿ ਰਹੇ, ਪਰ ਅਸੀਂ ਬੱਤੀਆਂ ਵਾਲੀ ਮੀਟਿੰਗ 'ਚ ਫੈਸਲਾ ਕੀਤਾ ਬਈ ਬਿਲਕੁਲ ਜੇ ਕਿਸੇ ਜਥੇਬੰਦੀ ਨੇ ਆਪਣੇ ਵਰਕਰਾਂ ਨੂੰ ਵਾਪਸ ਭੇਜ ਰਹੀ ਹੈ ਵੀ ਸਮਾਨ ਲੱਦੋ ਤੇ ਤੁਸੀਂ ਚਲੋ ਅਸੀਂ ਮਗਰੋਂ ਆ ਜਾਵਾਂਗੇ ਆਗੂ, ਇਹ ਬਿਲਕੁਲ ਇਹ ਗਲਤ ਹੈ, ਇਹ ਉਲੰਘਣਾ ਹੈਗੀ ਹੈ, ਇਹ ਜਿਹੜਾ ਹੈਗਾ ਇੱਕ ਸੰਯੁਕਤ ਮੋਰਚੇ ਵਾਲੀ ਭਾਵਨਾ ਨਹੀਂ ਹੈ। ਤੇ ਜਿਹੜਾ ਵੀ ਕੋਈ ਉਹ ਕੁਛ ਬੰਦੇ ਮੀਟਿੰਗ 'ਚ ਕਹਿੰਦੇ ਵੀ ਸੀਗੇ ਵੀ ਜੀ ਜਿਹੜੇ ਆਮ ਲੋਕ ਹੈ ਉਹ ਜਾ ਰਹੇ ਹੈ, ਚੱਲ ਉਹ ਅਸੀਂ ਕਿਹਾ ਵੀ ਆਮ ਲੋਕ ਤਾਂ ਪਹਿਲੀ ਗੱਲ ਹੈ ਹੀ ਘੱਟ ਹੈ, ਹੁਣ ਤਾਂ ਸਾਰੇ ਜਿਹੜੇ ਜਥੇਬੰਦੀਆਂ ਦੇ ਝੰਡੇ ਥੱਲੇ ਆਏ ਹੋਏ ਲੋਕ ਆ ਉਹ ਹੈ। ਇਸ ਕਰਕੇ ਵੀ ਜਿਹੜਾ ਵੀ ਕੋਈ ਅੱਜ ਤੋਂ ਬਾਅਦ ਪਤਾ ਲੱਗੂਗਾ ਵੀ ਫਲਾਨੀ ਜਥੇਬੰਦੀ ਦੀ ਕੋਈ ਟਰਾਲੀ ਵਾਪਸ ਜਾ ਰਹੀ ਹੈ, ਕਿਉਂਕਿ ਪਤਾ ਤਾਂ ਲੱਗ ਹੀ ਜਾਂਦਾ ਵੀ ਕਿਹੜੀ ਜਥੇਬੰਦੀ ਦੀ ਹੈ, ਤਾਂ ਉਹ ਜਥੇਬੰਦੀ ਜਵਾਬਦੇਹ ਹੋਊਗੀ। ਪਰ ਉਹਨਾਂ ਨੇ ਕੁਛ ਜਥੇਬੰਦੀਆਂ ਨੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਇਹ ਪ੍ਰਚਾਰ ਤੀ ਗੱਲ। ਕੱਲ੍ਹ ਇੱਥੋਂ ਸਟੇਜ ਤੋਂ ਵੀ ਇੱਕ ਬੁਲਾਰਾ 32 ਜਥੇਬੰਦੀਆਂ 'ਚੋਂ ਉਹ ਕਿਸੇ ਜਥੇਬੰਦੀ ਦਾ ਪੰਜਾਬ ਪੱਧਰ ਦਾ ਆਗੂ ਹੈ, ਉਹ ਬੋਲੀ ਜਾ ਰਿਹਾ ਸੀਗਾ ਵੀ ਅਸੀਂ 6 ਮੰਗਾਂ ਸਾਡੀਆਂ ਰਹਿੰਦੀਆਂ ਸੀਗੀਆਂ ਜਿਨ੍ਹਾਂ 'ਤੇ ਅਸੀਂ ਖੁੱਲ੍ਹਾ ਖੱਤ ਲਿਖਿਆ, ਸਰਕਾਰ ਨੇ 6 ਦੀ ਬਜਾਏ 7 ਮੰਨ ਲਿਆ ਸਾਡੀਆਂ, ਇੱਕ ਵਾਧੂ ਮੰਨ ਲਈ ਜਿਹੜੀਆਂ ਅਸੀਂ ਲਿਖੀ ਨਹੀਂ ਸੀਗੀ। ਇਹਦਾ ਮਤਲਬ ਗੁੰਮਰਾਹ ਪ੍ਰਚਾਰ ਤਾਂ ਨਹੀਂ, ਇਸ ਕਰਕੇ ਉਹਦੇ 'ਚੋਂ ਲੱਗਦੀ ਹੈ ਗੱਲ ਇਹ, ਉਹਨੇ ਪਰਸੈਂਟੇਜ ਵੀ ਕੱਢਤੀ ਵੀ ਸਾਡਾ ਅੰਦੋਲਨ 100% ਨਹੀਂ 102% ਜਿੱਤਿਆ ਗਿਆ। ਉਹ ਤਾਂ 100% ਵੀ ਇਹ ਹੁੰਦਾ ਵੀ ਜਿਹੜੀਆਂ ਤੁਹਾਡੀਆਂ ਮੰਗਾਂ ਰੱਖੀਆਂ ਸੀ ਸਾਰੀਆਂ ਮੰਨੀਆਂ ਗਈਆਂ, ਉਹਨਾਂ ਨੂੰ ਆਪਾਂ 100% ਕਹਿ ਦਿੰਦੇ ਹਾਂ। ਜੋ 102% ਕਹਿੰਦਾ ਇਹਦਾ ਭਾਵ ਜਿਹੜੀਆਂ ਅਸੀਂ ਨਹੀਂ ਵੀ ਮੰਗੀਆਂ ਸੀਗੀਆਂ ਉਹ ਵੀ ਮੰਨੀਆਂ ਗਈਆਂ। ਤੇ ਇਹੋ ਜਿਹਾ ਗੁੰਮਰਾਹਕੁਨ ਪ੍ਰਚਾਰ ਹੈ ਉਹ ਚੱਲ ਰਿਹਾ, ਜਿਹਦੇ 'ਚੋਂ ਲੱਗਦਾ ਅਗਲਾ ਕਹਿੰਦਾ ਵੀ ਯਾਰ ਫਿਰ ਇੱਥੇ ਕਾਹਦੀ ਖਾਤਰ ਬੈਠੇ ਆ। ਜਾਂ ਜਿਹੜਾ ਇੱਕ ਵਿਰੋਧੀਆਂ ਨੇ ਸਾਡੇ ਤੇ ਇੱਕ ਪੰਜਾਬ ਦੇ ਪਿੰਡਾਂ 'ਚ ਸਾਡੇ ਵਿਰੁੱਧ ਇੱਕ ਪ੍ਰਚਾਰ ਚਲਾਇਆ, ਇੱਕ ਨਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਆ ਵੀ ਹੁਣ ਮੰਗਾਂ ਤਾਂ ਗਈਆਂ ਮੰਨੀਆਂ, ਇਹ ਤਾਂ ਹੁਣ ਆਪਦਾ ਕੋਈ ਹੋਰ ਲਾਹਿਆਂ ਦੀ ਖਾਤਰ ਬੈਠੇ ਆ ਇਹੋ ਹੈ ਜਾਂ ਫੰਡ ਦੀ ਖਾਤਰ ਬੈਠੇ ਆ, ਫੰਡ ਇਕੱਠਾ ਕਰਨ ਦੀ ਖਾਤਰ। ਵੀ ਉਹ ਜਿਹੜਾ ਇਹੋ ਜਿਹਾ ਕੋਈ ਆਗੂ, ਚੱਲ ਇੱਕ ਤਾਂ ਕੋਈ ਵਿਰੋਧੀ ਆਗੂ, ਕੋਈ ਪੋਲੀਟੀਕਲ ਪਾਰਟੀ ਦਾ ਆਗੂ ਕਹੇ ਕੋਈ,
ਵੀ ਇਹ ਇਹਨਾਂ ਦੀਆਂ ਮੰਗਾਂ ਮੰਨੀਆਂ ਗਈਆਂ, ਹੁਣ ਤਾਂ ਇਹ ਸਿਰਫ ਪੈਸੇ ਇਕੱਠੇ ਕਰਨ ਦੀ ਖਾਤਰ ਬੈਠੇ ਆ। ਚਲ ਵਿਰੋਧੀ ਆਗੂ ਦੀ ਤਾਂ ਗੱਲ ਸਮਝ 'ਚ ਆਉਂਦੀ ਹੈ, ਜਦੋਂ ਸਾਡੀ ਕਿਸਾਨ ਜਥੇਬੰਦੀਆਂ ਦਾ ਕੋਈ ਆਗੂ ਬੋਲੀ ਜਾਂਦਾ ਵੀ ਸਾਰੀਆਂ ਮੰਗਾਂ ਮੰਨ ਲਈਆਂ, 6 ਰਹਿੰਦੀਆਂ ਸੀ 7 ਮੰਨ ਲਈਆਂ, ਤੇ ਫਿਰ ਉਹਨਾਂ ਦਾ ਜਿਹੜਾ ਵਿਰੋਧੀਆਂ ਦਾ ਪ੍ਰਚਾਰ ਆ ਉਹਦੇ ਮੋਹਰ ਲੱਗੂਗੀ ਵੀ ਫਿਰ ਤੁਸੀਂ ਬੈਠੀ ਕਾਹਦੀ ਖਾਤਰ ਆ। ਸੋ ਇਸ ਕਰਕੇ ਅਸੀਂ ਅੱਜ ਮੈਂ ਸਟੇਜ 'ਤੇ ਵੀ ਬੋਲ ਕੇ ਆਇਆ, ਮੀਟਿੰਗ 'ਚ ਵੀ ਰੱਖਿਆ ਵੀ ਜਿਹੜਾ ਕੋਈ ਵੀ ਜਥੇਬੰਦੀ ਦਾ ਆਗੂ ਇਹੋ ਜਿਹਾ ਕਰੂਗਾ, ਬੋਲੂਗਾ, ਜਾਂ ਵੀ ਜਿਹੜਾ ਸਾਰੀਆਂ ਮੰਗਾਂ ਮੰਨ ਲਈਆਂ, ਉਹਨੂੰ ਪੁੱਛਣਾ ਚਾਹੀਦਾ ਵੀ ਸਾਰੀਆਂ ਮੰਗਾਂ ਮੰਨ ਲਈਆਂ ਤਾਂ ਫਿਰ ਤਾਂ ਕੇਸ ਵੀ ਵਾਪਸ ਹੋ ਗਏ ਹੁੰਦੇ, ਫਿਰ ਤਾਂ MSP ਤੇ ਕਮੇਟੀ ਵੀ ਬਣ ਗਈ ਹੁੰਦੀ, ਫਿਰ ਤਾਂ ਜਿਹੜਾ ਉਹਨਾਂ ਨੂੰ ਮੁਆਵਜ਼ੇ ਦਾ ਹੁੰਦਾ ਉਹ ਵੀ ਐਲਾਨ ਹੋ ਗਿਆ ਹੁੰਦਾ ਵੀ ਹਾਂ ਭਾਈ ਸੈਂਟਰ ਸਰਕਾਰ ਉਹਨਾਂ ਨੂੰ ਮੁਆਵਜ਼ਾ ਦੇਊਗੀ, ਉਹਨਾਂ ਦੇ ਪੁਨਰ ਵਸੇਬਾ ਕਰੂਗੀ, ਮੁੜ ਵਸੇਬਾ। ਸੋ ਇਸ ਕਰਕੇ ਇਹ ਜਿਹੜਾ ਹੈਗਾ ਜਿਹੜਾ ਪ੍ਰਚਾਰ ਹੈ ਉਹ ਬਿਲਕੁਲ ਗਲਤ ਪ੍ਰਚਾਰ ਹੈ। ਉਹ ਸਾਨੂੰ ਉਮੀਦ ਹੈ ਵੀ ਜਿਹੜੀਆਂ ਬਾਕੀ ਮੰਗਾਂ ਤੇ ਵੀ ਨਿਪਟਾਰਾ, ਕਿਉਂਕਿ ਜਦੋਂ ਵੱਡੀ ਮੰਗ ਤੇ ਕਾਨੂੰਨਾਂ ਵਾਲੀ ਮੰਗ ਵਾਪਸ ਹੋ ਗਈ ਕੱਲ ਮੁਕੰਮਲ ਰੂਪ 'ਚ ਜਦੋਂ ਰਾਸ਼ਟਰਪਤੀ ਦੇ ਸਾਈਨ ਹੋ ਗਏ, ਬਾਕੀ ਮੰਗਾਂ ਉਹਦੇ ਮੁਕਾਬਲੇ ਛੋਟੀਆਂ ਨੇ ਤੇ ਉਹਨਾਂ ਮੰਗਾਂ ਦਾ ਵੀ ਛੇਤੀ ਕੁਝ ਦਿਨਾਂ 'ਚ ਨਿਪਟਾਰਾ ਹੋ ਜੂ। ਪਰ ਐ ਹੋ ਗਿਆ ਨਿਪਟਾਰਾ, ਉਹਦੇ ਵਿੱਚ ਕਾਰਨ ਕੀ ਆ? ਹੋ ਗਿਆ ਉਹਨਾਂ ਦਾ ਮੰਨ ਲਓ। ਇੱਕ ਦੋ ਹੋਰ ਵੀ ਜਥੇਬੰਦੀਆਂ ਨੇ, ਮੇਰੀ ਗੱਲਬਾਤ ਹੁੰਦੀ ਆ ਤਾਂ ਉਹ ਕਹਿੰਦੇ ਨੇ ਕਿ ਸਾਡੀ 100% ਜਿੱਤ ਹੋਗੀ, ਪਰ ਜਦੋਂ MSP ਦਾ ਜ਼ਿਕਰ ਉਹਨਾਂ ਨਾਲ ਕਰਦੇ ਆ ਤਾਂ ਕਹਿੰਦੇ ਵੀ ਜਿਹੜਾ MSP ਤੇ ਵੀ ਜਿਹੜੀ ਕਮੇਟੀ ਬਣ ਜਾਏਗੀ, MSP ਤੱਕ ਅਸੀਂ ਖੜੇ ਆ। ਪਰ ਕੁਛ ਕੁ ਜਥੇਬੰਦੀਆਂ ਜਿਹੜੀਆਂ ਆਪਣੀਆਂ ਟਰਾਲੀਆਂ ਵੀ ਕਿਸੇ ਤਰੀਕੇ ਦੇ ਨਾਲ ਜਾਂ ਆਪਣੇ ਵਰਕਰਾਂ ਦੇ ਵਿੱਚ ਇਹ ਗੱਲ ਚਲਾਈ ਹੈ ਵੀ ਜਾਣਾ, ਤਾਂ ਇਹ ਕਿਉਂ ਹੋ ਰਿਹਾ? ਕਿਉਂ ਉਹ ਪੰਜਾਬ ਪਰਤ ਕੇ ਕੋਈ ਮਿਸ਼ਨ ਹੋਰ ਸ਼ੁਰੂਆਤ ਕਰਨਾ ਚਾਹੁੰਦੇ ਆ, ਜਾਂ ਇਲੈਕਸ਼ਨਾਂ ਦੇ ਵਿੱਚ ਇੰਟਰਸਟ ਨਹੀਂ, ਜਾਂ ਫਿਰ ਹੋਰ ਕੋਈ ਕਾਰਨ ਹੈ ਉਹਦਾ? ਜੀ ਸਾਡੇ ਹਿਸਾਬ ਨਾਲ ਜਿਹੜਾ ਬੰਦਾ ਸਾਲ ਭਰ ਦਾ ਬੈਠਾ ਹੈ ਨਹੀਂ ਵੀ ਹੁਣ 5 ਦਿਨਾਂ ਲਈ ਉਹਨੂੰ ਥਕੇਮਾ ਆ ਗਿਆ, ਉਹਦਾ ਕਾਰਨ ਨਰੋਲ ਤੇ ਨਰੋਲ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਇਲੈਕਸ਼ਨਾਂ ਹੈਗੀਆਂ, ਅਸੈਂਬਲੀ ਇਲੈਕਸ਼ਨਾਂ, ਜਿਨ੍ਹਾਂ ਦਾ ਸਮਝ ਲਓ ਵੀ ਫਰਵਰੀ ਦੇ ਵਿੱਚ ਹੋ ਜਾਂਦੀਆਂ, ਇਕੱਲਾ ਜਨਵਰੀ ਤੇ ਦਸੰਬਰ ਵਾਲਾ ਮਹੀਨਾ ਰਹਿ ਗਿਆ ਸਾਨੂੰ 'ਚ। ਉਹ ਉਹਨਾਂ ਨੂੰ ਇਹ ਹੈਗਾ ਵੀ ਜਿਹੜਾ ਆਪਾਂ ਅੰਦੋਲਨ ਲੜਿਆ, ਸਾਡੀ ਕੋਈ ਨੀਤੀ ਨਹੀਂ, ਸਾਡੀ ਤਾਂ ਨਾ ਸਾਡੀ ਜਥੇਬੰਦੀ ਵੱਲੋਂ ਅਸੀਂ ਪਹਿਲਾਂ ਕਿਤੇ ਖੜੇ ਹੋਏ ਆ, ਨਾ ਅਸੀਂ ਸਪੋਰਟ ਕੀਤੀ ਹੈ, ਨਾ ਸਾਡਾ ਕੋਈ ਇਹਦਾ ਹੈਗਾ ਵੀ ਚੋਣਾਂ ਲੰਘ ਜਾਣਗੀਆਂ। ਜਿਹੜੀਆਂ ਖੜੀਆਂ ਹੁੰਦੀਆਂ ਨੇ, ਜਿਹੜੀਆਂ ਬਹੁਤੀਆਂ ਜਥੇਬੰਦੀਆਂ ਪੰਜਾਬ ਦੀਆਂ ਜਿਨ੍ਹਾਂ ਨਾਲ ਉਹ ਪੋਲੀਟੀਕਲ ਪਾਰਟੀਆਂ ਨਾਲ ਜੁੜ ਗਈਆਂ, ਉਹ ਚੋਣਾਂ 'ਚ ਖੜੀਆਂ ਹੁੰਦੀਆਂ ਨੇ, ਤੇ ਜਿਨ੍ਹਾਂ ਨੇ ਕੁਛ ਨਵੀਆਂ ਵੀ ਹੈਗੀਆਂ, ਜਿਨ੍ਹਾਂ ਨੂੰ ਇਹ ਹੈਗਾ ਵੀ ਇਸ 'ਤੇ ਹੁਣ ਜਿਹੜਾ ਆਪਣਾ ਮਾਨਤਾਨ ਬਣ ਗਿਆ ਆਹ ਅੰਦੋਲਨ ਨਾਲ, ਵੀ ਇਹਦਾ ਵੋਟਾਂ 'ਚ ਲਾਹਾ ਲਿਆ ਜਾਵੇ ਛੇਤੀ। ਅਸਲ ਵਿੱਚ ਇਹ ਕਾਰਨ ਜਿਹੜਾ ਛੇਤੀ ਜਾਣ ਦਾ ਕਾਰਨ ਹੈ ਇਹੋ ਹੀ ਹੈ। ਇੱਕ ਤਾਂ ਹੈਗਾ ਚੋਣਾਂ ਵਾਲਾ, ਇੱਕ ਮੇਨ ਜਿਹੜਾ ਕਾਰਨ ਹੈ ਚੋਣਾਂ ਵਾਲਾ ਹੈਗਾ। ਦੂਸਰਾ ਜਿਵੇਂ ਜਿਹੜਾ ਹੈਗਾ ਸਰਕਾਰ ਨਾਲ ਵੀ ਚੱਲ ਹਜੇ ਅਸੀਂ ਬਾਹਰ ਨਹੀਂ ਨਸਰ ਕਰਦੇ, ਤੇ ਵੀ ਕੋਈ ਕਹਿਣ ਦਾ ਭਾਵ ਮੇਨ ਕਾਰਨ ਹੈ ਜਿਹੜਾ ਉਹ ਜਿਹੜਾ ਵੀ ਛੇਤੀ ਚੋਣਾਂ 'ਚ ਜਾ ਕੇ ਭਾਗ ਲਿਆ ਜਾਵੇ, ਇਹਦਾ ਲਾਹਾ ਲਿਆ ਜਾਵੇ। ਕੋਈ MLA ਦੀ ਫੀਲਿੰਗ ਲੈ ਰਿਹਾ, ਕੋਈ ਮੰਤਰੀ ਦੀ ਫੀਲਿੰਗ ਲੈ ਰਿਹਾ, ਕੋਈ ਮੁੱਖ ਮੰਤਰੀ ਵੀ ਲੈ ਰਿਹਾ, ਵੱਧ ਅਸਲ ਵਿੱਚ ਉਹਨਾਂ ਨੂੰ ਉਤਾਵਲੇ ਹੋਏ ਆ, ਤਰਲੋ ਮੱਛੀ ਹੋ ਰਹੇ ਆ। ਖਾਸ ਤੌਰ ਤੇ ਮੁੱਖ ਮੰਤਰੀ ਵਾਲਾ ਵਿਸ਼ਾ ਵੀ ਬੜਾ ਅਹਿਮ ਹੋਇਆ ਪਿਆ ਕਿ ਕਿਉਂ ਨਾ ਕਿਸੇ ਕਿਸਾਨ ਆਗੂ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਵੇ ਪੰਜਾਬ ਦਾ। ਇੱਕ ਪਾਰਟੀ ਦੀ ਹਜੇ ਇੱਕ ਸੀਟ ਵੀ ਖਾਲੀ ਪਈ ਆ, ਔਰ ਹੋਰ ਵੀ ਲੋਕ ਆ ਜਿਹੜੇ ਨਵੀਂ ਪਾਰਟੀ ਬਣਾਉਣ ਦੀ ਵੀ ਸੋਚ ਰਹੇ ਆ, ਔਰ ਸਲਾਹ ਮਸ਼ਵਰੇ ਵੀ ਜਿਹੜੇ ਚੱਲ ਰਹੇ ਨੇ। ਅਗਰ ਤੁਹਾਨੂੰ ਨਹੀਂ ਲੱਗਦਾ ਇੱਥੋਂ ਜਾ ਕੇ ਅਗਰ ਇਲੈਕਸ਼ਨ ਲੜ ਵੀ ਲੈਂਦੇ ਨੇ ਤਾਂ ਕਿਸਾਨੀ ਸੰਘਰਸ਼ ਵਾਲੇ ਲੀਡਰ ਨੇ, ਕਿਸਾਨੀ ਘੋਲ ਦੇ ਵਿੱਚ ਜਿਹੜੇ ਲੀਡਰ ਡਟੇ ਸੀਗੇ ਜਾਂ ਉਹਨਾਂ ਦੀਆਂ ਜਥੇਬੰਦੀਆਂ, ਉਹਨਾਂ ਦਾ ਕੇਡਰ ਅਗਰ ਜਾ ਕੇ ਆਪਣੀ ਉਮੀਦਵਾਰ ਖੜੇ ਕਰਕੇ ਲੜ ਵੀ ਰਹਿੰਦਾ, ਇਹ ਕੋਈ ਮਾੜੀ ਗੱਲ ਨਹੀਂ, ਵਧੀਆ ਗੱਲ ਹੈ। ਦੇਖੋ ਜੀ, ਇਹ ਤਾਂ ਹਰੇਕ ਦਾ ਆਪਦਾ ਨਿੱਜੀ ਮਸਲਾ ਹੈ, ਜਾਂ ਹਰੇਕ ਆਗੂ ਜਾਂ ਜਥੇਬੰਦੀ ਦੀ ਆਪਣੀ ਆਪਣੀ ਵਿਚਾਰਧਾਰਾ ਹੈ, ਤੇ ਇਸ ਕਰਕੇ ਅਸੀਂ ਨਹੀਂ ਕਹਿੰਦੇ ਵੀ ਸਾਰੀਆਂ ਜਿਹੜੀਆਂ ਸਾਡੀ ਪਾਲਿਸੀ ਹੈਗੀ ਚੋਣਾਂ ਬਾਰੇ ਵੀ ਦੂਸਰੀਆਂ ਜਥੇਬੰਦੀਆਂ ਵੀ ਉਹੀ ਪਾਲਿਸੀ ਅਪਣਾਉਣ। ਜੇ ਕਿਸੇ ਦੀ ਪਾਲਿਸੀ ਵੋਟਾਂ 'ਚ ਖੜੇ ਹੋਣ ਵਾਲੀ ਹੈਗੀ ਹੈ, ਬਦਲ ਨਹੀਂ ਹੈਗਾ, ਅਲਟਰਨੇਟਿਵ ਨਹੀਂ ਹੈਗਾ, ਇਲੈਕਸ਼ਨ ਲੜ ਕੇ ਸਾਡਾ ਇਹ ਹੈਗਾ ਉਹਨਾਂ ਨਾਲ ਰੌਲਾ ਵੀ ਇਹ ਜਿਹੜਾ ਫੋਰਮ ਬਣਿਆ, ਇਹਨੇ ਫੈਸਲਾ ਕੀਤਾ ਸੰਯੁਕਤ ਕਿਸਾਨ ਮੋਰਚੇ ਨੇ ਵੀ ਜਿੰਨਾ ਚਿਰ ਤੱਕ ਅੰਦੋਲਨ ਦਾ ਨਿਪਟਾਰਾ ਨਹੀਂ ਹੁੰਦਾ ਮੁਕੰਮਲ ਰੂਪ ਦੇ ਵਿੱਚ, ਉਹਨਾਂ ਚਿਰ ਤੱਕ ਅਸੀਂ ਪੰਜਾਬ ਦੇ ਵਿੱਚ ਕਿਸੇ ਨੂੰ ਚੋਣ ਮੁਹਿੰਮ ਨਹੀਂ ਚਲਾਉਣ ਦੇਵਾਂਗੇ। ਦੂਜੀਆਂ ਪਾਰਟੀਆਂ ਨੂੰ ਘੇਰਿਆ ਵੀ ਹੈ ਵੀ ਉੱਧਰ ਸਾਰੇ ਪੰਜਾਬ ਦਾ, ਦੇਸ਼ ਦਾ ਕਿਸਾਨ ਉੱਥੇ ਲਟਾਪਿੰਗ ਹੋ ਰਿਹਾ, ਤੇ ਤੁਹਾਨੂੰ ਵੋਟਾਂ ਦੀ ਲੱਗੀ ਹੋਈ ਹੈ ਅੱਗ, ਵੋਟਾਂ ਮੰਗਣ ਦੀ। ਉਹਨਾਂ ਨੂੰ ਘੇਰਿਆ ਵੀ ਹੈ, ਉਹਨਾਂ ਦਾ ਬੰਦ ਵੀ ਕਰਾਇਆ ਉਹਨਾਂ ਦਾ। ਤੇ ਜੇ ਹੁਣ ਉਹੀ ਲੀਡਰ ਇਸ ਮੰਗਾਂ ਨੂੰ ਵਿੱਚ ਛੱਡ ਕੇ ਹੁਣ ਜਾਂਦੇ ਨੇ, ਤੇ ਫਿਰ ਉਹ ਜਿਹੜਾ ਕੁਛ ਆਪ ਮੋਰਚੇ ਨੇ ਫੈਸਲਾ ਕੀਤਾ ਉਸ ਦੀ ਉਲੰਘਣਾ ਕਰ ਰਹੇ ਨੇ। ਸੋ ਇਸ ਕਰਕੇ ਚੋਣਾਂ 'ਚ ਅਸੀਂ ਇਹ ਨਹੀਂ ਕਹਿੰਦੇ ਵੀ ਚੋਣਾਂ 'ਚ ਨਾ ਭਾਗ ਲੈਣ, ਪਰ ਜਿੰਨਾ ਚਿਰ ਤੱਕ ਨਿਪਟਾਰਾ ਨਹੀਂ ਹੁੰਦਾ, ਜੋ ਸੰਯੁਕਤ ਮੋਰਚੇ ਦਾ ਫੈਸਲਾ ਹੈਗਾ ਵੀ ਨਿਪਟਾਰਾ ਹੋਣ ਤੱਕ ਅਸੀਂ ਇੱਥੇ ਡਟਾਂਗੇ, ਕਿਸੇ ਚੋਣ 'ਚ ਨਹੀਂ ਜਾਵਾਂਗੇ, ਤੇ ਉਸ ਫੈਸਲੇ ਤੇ ਉਹਨਾਂ ਨੂੰ ਕਾਇਮ ਰਹਿਣਾ ਚਾਹੀਦਾ। ਆਖਰ ਦੇ ਵਿੱਚ ਤੁਸੀਂ ਕੀ ਸੋਚ ਰਹੇ ਹੋ? ਕਿੰਨਾ ਚਿਰ ਤੁਸੀਂ ਇੱਥੇ ਮੌਜੂਦ ਹੋ, ਔਰ ਕਿਸ ਤਰੀਕੇ ਦੇ ਨਾਲ ਜਿਹੜੀ ਵਾਪਸੀ ਕਰੋਗੇ? ਅੱਜ ਸਟੇਜ ਦੇ ਉੱਤੇ ਵੀ ਤੁਸੀਂ ਬੋਲਿਆ ਕਿ ਇਕੱਠੇ ਹੋ ਕੇ ਜਾਣਾ ਚਾਹੀਦਾ, ਕੱਲੀ ਟਰਾਲੀ ਜਾਊਗੀ ਤਾਂ ਉਹ ਜਿਹੜਾ ਜਿਸ ਤਰੀਕੇ ਦੇ ਨਾਲ ਆਏ ਸੀ, ਫਿਰ ਉਹ ਜਿਹੜਾ ਪ੍ਰਭਾਵ ਵੀ ਨਹੀਂ ਰਹਿੰਦਾ, ਉਹ ਚੀਜ਼ ਦਿਖ ਵੀ ਨਹੀਂ ਰਹਿੰਦੀ, ਲੋਕਾਂ ਨੇ ਦੇਖਣਾ
ਜਿਹੜੇ ਕਿਸਾਨ ਇੱਕ ਸਾਲ ਦਾ ਸੰਘਰਸ਼ ਕਰਕੇ ਜਾ ਰਹੇ ਆ, तमाम ਨਜ਼ਰਾਂ ਰਹਿਣੀਆਂ ਨੇ ਉਹਦੇ ਉੱਪਰ, ਤਾਂ ਤੁਸੀਂ ਕਿਸ ਤਰ੍ਹਾਂ ਦੀ ਵਾਪਸੀ ਔਰ ਕਿਸ ਤਰ੍ਹਾਂ ਦਾ ਜਿਹੜਾ ਸਟੈਂਡ ਹੈ ਇਸ ਟਾਈਮ ਤੁਹਾਡੀ ਜਥੇਬੰਦੀ ਦਾ ਕਿ ਉਹਨਾਂ ਚਿਰ ਤੁਸੀਂ ਵਾਪਸੀ ਨਹੀਂ ਕਰਨੀ? ਵੇਖੋ ਜੀ, ਮੈਂ ਤਾਂ ਸਟੇਜ ਤੋਂ ਹੀ ਬੋਲਿਆ, ਦੇਸੀ ਭਾਸ਼ਾ 'ਚ ਹੀ ਕਿਹਾ ਵੀ ਹੁਣ ਤਾਂ ਸਰਕਾਰ, ਮੋਦੀ ਸਰਕਾਰ ਦੀ ਬੇਰੀ ਆ ਨਾ, ਰੋਜ਼ ਝੜਦੀ ਹੈ ਝੰਜੋੜਾ ਦੇਣ ਨਾਲ, ਵੀ ਬਹੁਤ ਕੁਝ ਝਾੜ ਲਿਆ ਆਪਾਂ, ਬਹੁਤ ਕੁਝ ਹਾਸਲ ਕਰ ਲਿਆ, ਸਿਰਫ ਥੋੜ੍ਹਾ ਹੀ ਬਾਕੀ ਰਹਿ ਗਿਆ, ਉਹ ਵੀ ਝੜ ਪੈਣਾ, ਥੋੜ੍ਹੇ ਦਿਨਾਂ ਦੀ ਗੱਲ ਹੀ ਹੈ ਇਹ। ਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਕਹਿੰਦੇ ਵੀ ਕਿਸ ਤਰੀਕੇ ਨਾਲ ਵਾਪਸ ਮੁੜਾਂਗੇ, ਤਰੀਕਾ ਤਾਂ ਸਾਡਾ ਤਾਂ ਹੀ ਹੈ ਬਈ ਬਕਾਇਦਾ ਸਾਰੇ ਦੇ ਸਾਰੇ ਜਿੰਨੇ ਵੀ ਵਹੀਕਲ ਹੈਗੇ ਨੇ ਇੱਥੇ ਇਕੱਠੇ ਉਹ ਕਾਫਲਾ ਬਣਾ ਕੇ, ਮੂਹਰੇ ਢੋਲ ਨਗਾਰੇ ਦਾ ਪ੍ਰਬੰਧ ਕਰਕੇ, ਮੂਹਰੇ ਢੋਲ ਹੋਣਗੇ, ਮਗਰ ਸਪੀਕਰਾਂ ਤੇ ਗੱਡੀਆਂ ਹੋਣਗੀਆਂ, ਪਾਸੇ ਆਸੇ ਜਨਤਾ ਹੋਊਗੀ, ਦੱਸਿਆ ਜਾਊਗਾ ਉਹਦਾ ਵੀ ਫਲਾਨੀ ਤਰੀਕ ਨੂੰ ਇੱਥੇ ਜੇਤੂ ਜਿਹੜਾ ਕਾਫਲਾ ਹੈਗਾ, ਜੇਤੂ ਮਾਰਚ ਹੈ ਦਿੱਲੀ ਤੋਂ ਲੈ ਕੇ ਪੰਜਾਬ ਤੱਕ, ਉਹ ਫਲਾਨੀ ਤਰੀਕ ਨੂੰ ਫਲਾਨੇ ਥਾਂ ਤੋਂ ਸ਼ੁਰੂ ਹੋਊਗਾ, ਫਲਾਨੇ ਰੂਟ ਤੋਂ ਦੀ ਜਾਂਦਾ ਹੋਇਆ ਉਹ ਵਾਪਸ ਪਹੁੰਚੂਗਾ ਆਪਣੇ ਆਪਣੇ ਪਿੰਡਾਂ ਨੂੰ। ਅਤੇ ਉਹ ਰੂਟ ਦੇ ਅਸੀਂ ਸਾਰੇ ਪਿੰਡਾਂ ਵਾਲਿਆਂ ਨੂੰ, ਸ਼ਹਿਰਾਂ ਵਾਲਿਆਂ ਨੂੰ ਅਸੀਂ ਅਪੀਲ ਵੀ ਕਰਾਂਗੇ ਵੀ ਉਹ ਆਪਣੇ ਭਰਾਵਾਂ ਦਾ ਜਿਹੜਾ ਐਡੀ ਵੱਡੀ ਜਿੱਤ ਕੇ ਆਏ ਹੈ, ਉਹਨਾਂ ਦਾ ਸਵਾਗਤ ਕਰਨ, ਉਹਨਾਂ ਦਾ ਸਨਮਾਨ ਕਰਨ, ਪੂਰੇ ਸਨਮਾਨਾਂ ਨਾਲ, ਢੋਲ ਨਗਾਰਿਆਂ ਨਾਲ ਇਹ ਜਿਹੜਾ ਕਾਫਲਾ ਉਹ ਵਾਪਸ ਜਾਊਗਾ। ਚੋਰਾਂ ਵਾਂਗੂ ਵੀ ਰਾਤ ਜੇ ਨੂੰ ਟਰਾਲੀ ਜੀ ਕੱਢ ਕੇ ਲੁੱਕ ਜੇ ਲੰਘ ਜਾਓ ਕਿਸੇ ਨਾਲ, ਇਹੋ ਜਿਹਾ ਕੋਈ ਨਹੀਂ ਕਰੂਗਾ ਜੀ। ਧੰਨਵਾਦ। ਤਾਂ ਇਹੋ ਹੈ ਜੀ ਕਿ ਜਿਹੜਾ ਹਜੇ ਵੀ ਜਿਹੜਾ ਮੋਰਚਾ ਹੈ ਉਹ ਉੱਥੇ ਹੀ ਕਾਇਮ ਹੈ, ਜਿਹੜੀਆਂ ਮੰਗਾਂ ਨੇ ਹਜੇ ਪੂਰੀਆਂ ਨਹੀਂ ਹੋਈਆਂ। ਖੇਤੀ ਕਾਨੂੰਨ ਜ਼ਰੂਰ ਰੱਦ ਹੋਏ ਨੇ, ਇਸ ਦੇ ਨਾਲ ਹੀ MSP 'ਤੇ ਕੋਈ ਕਮੇਟੀ ਬਣੇ, ਬਹੁਤ ਸਾਰੀਆਂ ਜਥੇਬੰਦੀਆਂ ਇਹ ਡਿਮਾਂਡ ਕਰ ਰਹੀਆਂ, ਔਰ ਇਹਨਾਂ ਦਾ ਕਹਿਣਾ ਕਿ ਉਹਨਾਂ ਚਿਰ ਵਾਪਸ ਨਹੀਂ ਪਰਤਾਂਗੇ ਜਿੰਨਾ ਚਿਰ ਜਿਹੜੇ ਪਰਚੇ ਨੇ ਉਹ ਵੀ ਰੱਦ ਨਹੀਂ ਹੋ ਜਾਂਦੇ ਜਿਹੜੇ ਅੰਦੋਲਨ ਦੇ ਚੱਲਦੇ ਹੋਏ ਨੇ, ਔਰ MSP ਤੇ ਗਰੰਟੀ ਦੀ ਕੋਈ ਕਮੇਟੀ ਨਹੀਂ ਬਣ ਜਾਂਦੀ MSP ਨੂੰ ਲੈ ਕੇ, ਉਹਨਾਂ ਚਿਰ ਡਟੇ ਰਹਿਣਗੇ। ਫਿਲਹਾਲ ਦੇ ਲਈ ਦਿਓ ਆਗਿਆ। ਧੰਨਵਾਦ ਜੀ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ Facebook ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ Insta ਅਤੇ Twitter ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।